ਕਹਾਣੀ ਹਾਏ ਵਿਚਾਰਾ ਦਿਲ। ਭੁਵਨੇਸ਼ਵਰ। ਉਹ ਨਿੱਕੀ ਜਿਹੀ ਘਟਨਾ ਹੁਣ ਚੇਤੇ ਦੇ ਧੁੰਦਲੇ ਪੈ ਚੁੱਕੇ ਤੇ ਉਦਾਸੇ ਜਿਹੇ ਪਰਛਾਵੇਂ ਵਿੱਚ ਓਨੀ ਤਿੱਖੀ ਤੇ ਵੱਡੀ ਨਹੀਂ ਜਾਪਦੀ। ਅੱਜ ਜਦੋਂ ਮੈਂ ਇਸ ਰੋਸ਼ਨੀ, ਹਾਸਿਆਂ ਤੇ ਸ਼ਰਾਫਤਾਂ ਦੀ ਦੁਨੀਆ ਤੋਂ ਭੱਜ ਜਾਣਾ ਚਾਹੁੰਦਾ ਹਾਂ, ਉਸ ਕੋਝੇ ਹਨੇਰੇ ਵੱਲ ਜਿੱਥੇ ਪੂਰੇ ਜੋਸ਼ ਅਤੇ ਪੂਰੇ ਝੱਲ ਨਾਲ ਆਪਣੀਆਂ ਅੱਖਾਂ ਖੋਲ੍ਹ ਲਵਾਂ, ਮੈਨੂੰ ਆਪਣਾ ਸਾਹ ਘੁੱਟਿਆ ਹੋਇਆ ਮਹਿਸੂਸ ਹੁੰਦਾ ਹੈ। ਅੱਜ ਤੋਂ ਮਤਲਬ ਹੈ ਮੇਰੀ ਕਾਮਯਾਬੀ, ਮੇਰਾ ਹੌਸਲਾ ਅਤੇ ਨਾਕਾਮਯਾਬੀ ਅਤੇ ਬੁਜ਼ਦਿਲੀ ਉਹਨਾਂ ਬੇਸ਼ੁਮਾਰ ਜਣਿਆਂ ਅਤੇ ਜਣੀਆਂ ਦੀ ਜਿਨ੍ਹਾਂ ਜ਼ਿੰਦਗੀ ਦੀ ਦੌੜ 'ਚ ਮੇਰੇ ਨਾਲ ਮੁਕਾਬਲਾ ਕੀਤਾ। ਘੱਟੋ ਘੱਟ ਇਹੋ ਹੈ ਉਹ ਸਿੱਟਾ ਜਿਸ 'ਤੇ ਮੈਂ ਪਹੁੰਚਦਾ ਹਾਂ ਜਦੋਂ ਆਪਣੇ ਆਪ ਦਾ ਸੁਚੇਤ ਹੋ ਕੇ ਜਾਇਜ਼ਾ ਲੈਂਦਾ ਹਾਂ। ਤਾਂ ਇਹ ਸੱਚ ਹੈ ਕਿ ਨਹੀਂ, ਇਹ ਪਰਖਣਾ ਮੇਰੀ ਵਿੱਤ ਤੋਂ ਬਾਹਰ ਦੀ ਚੀਜ਼ ਹੈ। ਸਮਾਜ ਇਸ ਗੱਲੇ ਮੇਰੀ ਇੱਜ਼ਤ ਕਰਦਾ ਹੈ ਕਿ ਮੈਂ ਪੂਰੀ ਤਰ੍ਹਾਂ ਉਸ ਦੀਆਂ ਬੰਦਿਸ਼ਾਂ, ਰੋਕਾਂ ਅਤੇ ਛੋਟੇ ਪੁਣੇ ਦੇ ਅੱਗੇ ਗੋਡੇ ਟੇਕੀ ਆਇਆ ਹਾਂ। ਪਰ ਇੱਕ ਵਾਰ ਆਪਣੀ ਕਾਮਯਾਬੀ ਦੀ ਸਿਖਰ 'ਤੇ ਕਹਿੰਦਿਆਂ ਮੇਰਾ ਦਿਲ ਕੰਬ ਰਿਹਾ ਹੈ। ਮੇਰੀ ਆਤਮਾ ਨੇ ਸਮਾਜ ਦੇ ਖਿਲਾਫ ਬਗਾਵਤ ਕੀਤੀ ਸੀ। ਖੈਰ, ਹੁਣ ਤਾਂ ਉਹ ਬਸ ਇੱਕ ਕਹਾਣੀ ਬਣ ਕੇ ਰਹਿ ਗਈ ਹੈ। 20 ਸਾਲ ਹੋ ਗਏ ਹਨ ਮੈਂ ਆਪਣੇ ਡਾਕਟਰ ਮਿੱਤਰਾਂ ਦੇ ਨਾਲ ਇੱਕ ਨਿੱਕੇ ਜਿਹੇ ਪਹਾੜੀ ਥਾਂ ਰਹਿੰਦਾ ਸੀ। ਅਸੀਂ ਸਾਰੇ ਇੱਕੋ ਜਿਹੀ ਉਮਰ ਅਤੇ ਇੱਕੋ ਜਿਹੇ ਸੁਭਾਅ ਦੇ ਖੁਸ਼ ਉਮੀਦ ਨੌਜਵਾਨ ਸੀ। ਦਿਨ ਤੇ ਰਾਤਾਂ ਹੱਸਦਿਆਂ, ਤਾਸ਼ ਖੇਡਦਿਆਂ ਅਤੇ ਪਹਾੜਾਂ 'ਚ ਘੁੰਮਦਿਆਂ ਫਿਰਦਿਆਂ ਨਿਕਲ ਰਹੇ ਸਨ। ਅਜੇ ਕਿਸੇ ਵੀ ਖਲੋ ਕੇ ਜ਼ਿੰਦਗੀ ਦੀ ਅੱਖ 'ਚ ਅੱਖ ਪਾ ਕੇ ਨਹੀਂ ਸੀ ਤੱਕਿਆ। ਇੱਕ ਸ਼ਾਮ ਜਦੋਂ ਅਸੀਂ ਤਾਸ਼ ਦੀ ਬਾਜ਼ੀ ਤੇ ਬਾਜ਼ੀ ਲਾ ਰਹੇ ਸੀ, ਉਦੋਂ ਇਸ ਦੁਖਾਂਤ ਭਰੀ ਕਹਾਣੀ ਤੋਂ ਪਰਦਾ ਚੁੱਕਿਆ ਗਿਆ। ਮੇਰੇ ਇੱਕ ਖਿਲੰਦੜੇ ਮਿੱਤਰ ਨੇ ਉਸ ਨੂੰ ਗੇਟ 'ਚੋਂ ਲੰਘਦੀ ਆਉਂਦੀ ਨੂੰ ਦੇਖਿਆ ਅਤੇ ਕਿਹਾ, ਲਓ ਇੱਟ ਦੀ ਰਾਣੀ ਆਖਿਰ ਆ ਹੀ ਗਈ ਹੈ। ਅਤੇ ਇਉਂ ਸੀ ਕਿ ਇੱਕ ਲਾਪਰਵਾਹ ਤੇ ਜ਼ਾਲਿਮ ਮਖੌਲ ਦੇ ਨਾਲ ਅਸੀਂ ਉਸ ਦਾ ਸਵਾਗਤ ਕੀਤਾ ਸੀ, ਉਹ ਜਿਸ ਦੀਆਂ ਅੱਖਾਂ 'ਚ ਸਾਰੀ ਦੁਨੀਆ ਦਾ ਦਿਲ ਵਲੂੰਦਰਨ ਵਾਲਾ ਦੁੱਖ ਭਰਿਆ ਪਿਆ ਸੀ। ਉਹਦੀ ਉਮਰ ਤਾਂ ਇੰਨੀ ਨਹੀਂ ਸੀ, ਪਰ ਸਮੇਂ ਨੇ ਉਸ ਨਾਲ ਕੋਈ ਲਿਹਾਜ਼ ਨਹੀਂ ਸੀ ਕੀਤਾ। ਉਸ ਦੀਆਂ ਅੱਖਾਂ ਅੰਦਰ ਨੂੰ ਧਸੀਆਂ ਹੋਈਆਂ ਸਨ, ਬੁੱਲ੍ਹ ਪਾਟੇ ਹੋਏ ਸਨ, ਵਲਵਲਿਆਂ ਦੇ ਇੱਕ ਹੜ ਨੂੰ ਥੰਮੀ ਰੱਖਣ ਦੀ ਕੋਸ਼ਿਸ਼ ਕਰਦੇ ਪਏ ਕਮਜ਼ੋਰ ਬੰਨਾਂ ਵਾਂਗ ਨਿਕੰਮੇ ਪੈ ਰਹੇ। ਉਸ ਆਪਣੀਆਂ ਡੂੰਘੀਆਂ, ਬਿਨਾਂ ਕਿਸੇ ਥੱਲੇ ਵਾਲੀਆਂ ਅੱਖਾਂ ਦੇ ਨਾਲ ਸਾਡੇ ਵੱਲ ਦੇਖਿਆ ਤੇ ਕਿਹਾ, ਡਾਕਟਰ ਸਾਹਿਬ। ਮੈਨੂੰ ਲੱਗਾ ਜਿਵੇਂ ਇੱਕ ਤੀਰ ਮੇਰੇ ਦਿਲ ਨੂੰ ਵਿੰਨ੍ਹ ਗਿਆ ਅਤੇ ਇਸ ਦੇ ਝੱਟ ਬਾਅਦ ਹੀ ਮੈਨੂੰ ਪਛਤਾਵਾ ਵੀ ਬਹੁਤ ਹੋਇਆ। ਉਹ ਹੋਰ ਨੇੜੇ ਆ ਕੇ ਕਹਿੰਦੀ, ਮੇਰੇ ਪਤੀ ਨੂੰ ਦਿਲ ਦੀ ਤਕਲੀਫ ਹੈ। ਮੈਂ ਜਾਣ ਲਈ ਸਵਾਰੀ ਦਾ ਇੰਤਜ਼ਾਮ ਕਰ ਲਿਆਈ ਹਾਂ ਡਾਕਟਰ ਸਾਹਿਬ। ਨਾ ਉਹ ਹੋਰ ਕੁਝ ਵੀ ਉੱਚਰ ਸਕੀ, ਨਾ ਹੀ ਮੈਂ ਇੱਕ ਵੀ ਲਫ਼ਜ਼ ਹੋਰ ਸੁਣਨ ਦੇ ਲਈ ਰੁਕਿਆ। ਮੈਂ ਉੱਠ ਖਲੋਤਾ, ਝਟਪਟ ਆਪਣਾ ਕੋਟ ਪਹਿਨਿਆ, ਸਾਰਾ ਜ਼ਰੂਰੀ ਸਾਜ਼ੋ ਸਮਾਨ ਆਪਣੀਆਂ ਜੇਬਾਂ 'ਚ ਤੁੰਨਿਆ ਤੇ ਉਸਦੇ ਮਗਰ ਮਗਰ ਬਾਹਰ ਨਿਕਲ ਗਿਆ। ਮੇਰੇ ਮਿੱਤਰਾਂ ਨੇ ਸੋਚਿਆ ਹੋਵੇਗਾ ਕਿ ਮੈਂ ਪਾਗਲ ਸਿਰ ਫਿਰਿਆ ਹਾਂ, ਕੀ ਪਤਾ, ਪਰ ਆਪਣਾ ਆਪ ਉਸ ਅਣਜਾਣੀ ਔਰਤ ਦੇ ਹਵਾਲੇ ਕਰਨ 'ਚ ਮੈਨੂੰ ਇੱਕ ਕੋਈ ਮਰਦਾਨਾ ਜਿੱਤ ਅਤੇ ਸ਼ਾਨ ਜਿਹੀ ਮਹਿਸੂਸ ਹੋਈ। ਥੋੜ੍ਹੀ ਪਰਾਂ ਇੱਕ ਸੁਨੱਖਾ ਨੌਜਵਾਨ 2 ਘੋੜੇ ਲਈ ਖੜਾ ਉਡੀਕਦਾ ਪਿਆ ਸੀ। ਉਹ ਝੁੱਕ ਕੇ ਮਿਲਿਆ। ਅਸੀਂ ਘੋੜਿਆਂ 'ਤੇ ਸਵਾਰ ਹੋ ਗਏ ਤੇ ਫਟਾਫਟ ਹਨੇਰੇ ਰਾਹ 'ਤੇ ਦੁੜਕੀ ਚਾਲੇ ਜਾ ਰਹੇ ਸੀ। ਰਸਤੇ ਦੀਆਂ ਔਖਾਂ ਅਜਿਹੀਆਂ ਸਨ ਕਿ ਮੈਂ ਇਸ ਸੰਖੇਪ ਮੁਲਾਕਾਤ ਦੇ ਬਾਰੇ ਬਹੁਤਾ ਨਾ ਸੋਚ ਸਕਿਆ ਤੇ ਕਈ ਸਾਰੀਆਂ ਅਣਸੁਖਾਵੀਆਂ ਸੂਈਆਂ ਕਹਾਣੀਆਂ ਦੇ ਕਥਾਨਕ ਮੇਰੇ ਦਿਮਾਗ ਵਿੱਚ ਚੱਕਰ ਲਾ ਗਏ। ਇਉਂ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਮਾਰੂ ਪਰ ਸਾਦਾ ਜਿਹੇ ਫੰਦੇ ਵਿੱਚ ਫਸ ਗਿਆ ਹਾਂ। ਕਦੇ ਕਦੇ ਮੇਰੇ ਖੱਬੇ ਵੱਲ ਉਹ ਔਰਤ ਉਸ ਸੁਨੱਖੇ ਨੌਜਵਾਨ ਦੇ ਨਾਲ ਉਸ ਘੋੜੇ 'ਤੇ ਬੈਠੀ ਇੱਕ ਭੁਲੇਖਾ ਜਿਹਾ ਜਾਪਦੀ। ਜਦੋਂ ਮੈਂ ਕੁਝ ਦੂਰ ਕੁਝ ਜੁਗਨੂ ਦੇਖੇ ਚੀੜ ਦੇ ਰੁੱਖਾਂ ਦੇ ਇੱਕ ਝੁੰਡ ਦੇ ਪਿੱਛੇ, ਤਾਂ ਟਾਰਚ ਨਾਲ ਆਪਣੀ ਘੜੀ ਦੇਖੀ
9 ਵਜੇ ਸਨ। ਹੋਰ 3 ਘੰਟੇ ਬਾਅਦ ਮੈਂ ਅਸਲੀਅਤ ਦੀ ਠੋਸ ਦੁਨੀਆ 'ਚ ਵਾਪਿਸ ਪੁੱਜਾ। ਅਸੀਂ ਇੱਕ ਨਿੱਕੇ ਜਿਹੇ ਪਿੰਡ 'ਚ ਪਹੁੰਚ ਗਏ ਸੀ ਅਤੇ ਹੁਣ ਅਸੀਂ ਘੋੜੇ ਛੱਡ ਦਿੱਤੇ। ਉਹ ਔਰਤ ਅਤੇ ਮੈਂ ਇੱਕ ਨਿੱਕੇ ਜਿਹੇ ਪੱਥਰਾਂ ਤੋਂ ਬਣੇ ਘਰ ਦੇ ਸਾਹਮਣੇ ਖੜੇ ਸੀ, ਜਿਵੇਂ ਕਿਸੇ ਹੋਰ ਹੀ ਗੈਬੀ ਦੁਨੀਆ ਦੇ ਜੀ ਹੋਈਏ। ਉਸਨੇ ਬੂਹੇ ਨਾਲ ਲੱਗਾ ਲੋਹੇ ਦਾ ਕੁੰਡਾ ਖੜਕਾਇਆ ਅਤੇ ਅੰਦਰੋਂ ਕਿਸੇ ਦੀ ਡੂੰਘੀ ਸੁਪਨਾਈ ਆਵਾਜ਼ ਆਈ। ਕੋਈ 5 ਮਿੰਟਾਂ ਦੇ ਬਾਅਦ ਸਿਰ ਤੋਂ ਪੈਰਾਂ ਤੱਕ ਕਿਸੇ ਬੇਰੰਗ ਹੋ ਗਏ ਕੱਪੜੇ 'ਚ ਲਿਪਟੀ ਇੱਕ ਨੌਜਵਾਨ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸਦੀ ਲਾਲਟੈਨ ਦੀ ਮੱਧਮ ਲੋ 'ਚ ਮੈਂ ਵੇਖ ਸਕਿਆ ਕਿ ਉਹ ਮੇਰੇ ਵੱਲ ਬੇਯਕੀਨੀ ਅਤੇ ਸ਼ੱਕ ਨਾਲ ਟਿਕਟਿਕੀ ਬੰਨ੍ਹ ਕੇ ਦੇਖ ਰਹੀ ਹੈ। ਮੈਂ ਘੁੰਮ ਕੇ ਉਸ ਔਰਤ ਵੱਲ ਦੇਖਣਾ ਚਾਹਿਆ ਜੋ ਮੈਨੂੰ ਉੱਥੇ ਲਿਆਈ ਸੀ, ਪਰ ਉਹ ਤਾਂ ਉੱਥੇ ਕਿਤੇ ਵੀ ਨਹੀਂ ਸੀ ਦਿਸਦੀ। ਮੈਂ ਹਰ ਪਾਸੇ ਵੱਲ ਦੇਖਿਆ, ਡਰ ਅਤੇ ਜਕੋ-ਤਕੀ ਵਿੱਚ, ਪਰ ਇਹ ਤਾਂ ਇਉਂ ਲੱਗ ਰਿਹਾ ਸੀ ਜਿਵੇਂ ਹਨੇਰੇ ਦੀ ਉਦਾਸੀ ਆਤਮਾ ਉਸਨੂੰ ਨਿਗਲ ਗਈ ਹੋ। ਉੱਥੇ ਦਰ 'ਚ ਖਲੋਤੇ ਨੇ ਮੈਂ ਆਪਣੀ ਅਜੀਬ ਅਤੇ ਨਾਮੁਮਕਿਨ ਕਹਾਣੀ ਉਸ ਨੌਜਵਾਨ ਔਰਤ ਨੂੰ ਦੱਸੀ ਤੇ ਉਸਨੂੰ ਪੁੱਛਿਆ, ਕੀ ਇੱਥੇ ਤੁਹਾਡੇ ਘਰ 'ਚ ਕੋਈ ਬਿਮਾਰ ਹੈ? ਇੱਥੇ ਕਿਸੇ ਨੂੰ ਕੋਈ ਬਿਮਾਰੀ ਨਹੀਂ, ਉਸਨੇ ਕੁਝ ਸਖਤਾਈ ਨਾਲ ਕਿਹਾ, ਪਰ ਤੁਸੀਂ ਅੰਦਰ ਆ ਕੇ ਮੇਰੇ ਪਿਤਾ ਨੂੰ ਮਿਲ ਸਕਦੇ ਹੋ। ਉਹ ਇਕੱਲ ਤੇ ਕੌੜ ਦਾ ਮਾਰਿਆ ਹੈ, ਹੋਰ ਉਸਨੂੰ ਬਿਮਾਰੀ ਕੋਈ ਨਹੀਂ ਹੈ। ਘਰ ਨਿੱਕਾ ਸੀ, ਸਿਰਫ 3 ਕਮਰੇ ਤੇ ਇੱਕ ਰਸੋਈ। ਸਭ ਕੁਝ ਇੱਧਰ ਉੱਧਰ ਖਿਲਰਿਆ ਪਿਆ ਸੀ। ਟੁੱਟਾ ਫਰਨੀਚਰ, ਚੀਨੀ ਦੇ ਭਾਂਡੇ, ਹਿਰਨ ਦੀਆਂ ਖੱਲਾਂ, ਪਤਾ ਨਹੀਂ ਕੀ ਕੀ ਅਲਗਰਜ਼ੀ ਦੇ ਨਾਲ ਇੱਧਰ ਉੱਧਰ ਸੁੱਟਿਆ ਸੀ। ਜਿਵੇਂ ਇੱਕ ਕਮਰੇ ਵਿੱਚ ਇੱਕ ਅਧਖੜ ਆਦਮੀ ਮੰਜੀ ਤੇ ਪਿਆ ਸੀ। ਆਲੇ ਦੁਆਲੇ ਕਿਤਾਬਾਂ ਅਤੇ ਸਿਗਾਰ ਦੇ ਟੋਟੇ ਪਏ, ਕਿਸੇ ਆਉਣ ਵਾਲੇ ਨੂੰ ਅਜੀਬ ਰੋਮਾਂਚਕ ਖਿੱਚ ਪਾ ਰਹੇ ਸਨ। ਪਹਿਲੀ ਹੀ ਨਜ਼ਰ ਉਸਦੇ ਬੇਲਿਸ਼ਕ ਪੀਲੇ ਜਿਹੇ ਹੋਏ ਚਿਹਰੇ ਤੇ ਪਈ ਤਾਂ ਮੈਂ ਸਮਝ ਗਿਆ ਕਿ ਬਿਮਾਰੀ ਗੰਭੀਰ ਹੈ। ਅੱਖ ਝਪਕੀ ਵਿੱਚ ਹੀ ਮੈਂ ਸਾਰਾ ਮਾਮਲਾ ਸਮਝ ਗਿਆ। ਕਿਸੇ ਵਜ੍ਹਾ ਕਰਕੇ ਉਹ ਔਰਤ ਇਸ ਆਦਮੀ ਦੀ ਸ਼ੁਭ ਚਿੰਤਕ ਖੈਰ ਖਾਹ ਸਾਹਮਣੇ ਨਹੀਂ ਸੀ ਆ ਸਕਦੀ ਪਈ। ਮੇਰੇ ਬਾਰੇ ਜਾਣ ਕੇ ਆਦਮੀ ਨੇ ਮੈਨੂੰ ਚਾਰਪਾਈ ਤੇ ਬੈਠਣ ਦਾ ਸੱਦਾ ਦਿੱਤਾ, ਜਿਹੜੀ ਮਿੱਟੀ ਘੱਟੇ ਦੀ ਭਰੀ ਪਈ ਸੀ, ਤੇ ਮੇਰੀ ਕਹਾਣੀ ਸੁਣ ਕੇ ਉਸਦੇ ਮੂੰਹ ਇੱਕ ਖਾਲੀ ਜਿਹੀ ਤੇ ਉਦਾਸ ਹਾਸੀ ਫੁੱਟੀ। ਕਹਾਣੀ ਬੜੀ ਸੋਹਣੀ ਘੜੀ ਹੈ, ਪਰ ਇੱਥੇ ਇਸ ਦਾ ਕੋਈ ਖਰੀਦਦਾਰ ਨਹੀਂ। ਮੈਂ ਵਾਰ-ਵਾਰ ਮੰਗ ਕੀਤੀ ਕਿ ਉਹ ਮੈਨੂੰ ਉਸਨੂੰ ਦੇਖ ਲੈਣ ਦੀ ਇਜਾਜ਼ਤ ਦੇਵੇ, ਪਰ ਉਸਨੇ ਮਨਾ ਕਰ ਦਿੱਤਾ। ਉਹ ਨਿਰਾਸ਼ਾਵਾਦ ਦਾ ਪੱਕਾ ਰੀਠਾ ਸੀ, ਇਸ ਵਿਸ਼ਵਾਸ ਦਾ ਧਾਰਨੀ ਕਿ ਇੱਕ ਕੋਈ ਅੰਨੀ ਜ਼ਾਲਮ ਸ਼ਕਤੀ ਇਸ ਗੰਦਲਾਈ ਹੋਈ ਦੁਨੀਆ ਨੂੰ ਜਲਾ ਰਹੀ ਹੈ। ਉਸ ਵੇਲੇ ਉਸਦੇ ਸ਼ਬਦ ਮੇਰੇ ਲਈ ਕੋਈ ਖਾਸ ਮਤਲਬ ਨਹੀਂ ਰੱਖ ਰਹੇ ਸਨ। ਮੈਂ ਸੋਚਿਆ ਇਹ ਉਸਦੀ ਬਿਮਾਰੀ ਦੀ ਹੀ ਨਿਸ਼ਾਨੀ ਸਨ। ਉਹ ਬੀਬੀ ਮੇਰੇ ਲਈ ਗਰਮ ਦੁੱਧ ਦਾ ਪਿਆਲਾ ਤੇ ਖਾਣ ਨੂੰ ਕੁਝ ਮਿੱਠਾ ਲੈ ਕੇ ਆਈ। ਮੈਂ ਉਸਦੀ ਸਾਦਗੀ ਨਾਲ ਕੀਤਾ ਤਰਲਾ ਮੋੜ ਨਾ ਸਕਿਆ ਤੇ ਨਾ ਹੀ ਉਸ ਆਦਮੀ ਦੀ ਬੇਨਤੀ। ਕੁਝ ਖਾ ਪੀ ਲੈਣ ਤੋਂ ਬਾਅਦ ਮੈਂ ਸਿਗਾਰ ਬਾਲਿਆ ਤੇ ਇੱਕ ਵਾਰ ਫਿਰ ਉਸ ਆਦਮੀ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਉਸਨੂੰ ਵੇਖ ਲੈਣ ਦੇਵੇ। ਅਖੀਰ ਮੇਰੀ ਇਮਾਨਦਾਰੀ ਵੇਖ ਉਹ ਮੈਨੂੰ ਅਗਲੀ ਸਵੇਰੇ ਆਪਣਾ ਆਪ ਵਿਖਾ ਲੈਣ ਲਈ ਮੰਨ ਗਿਆ। ਦੂਰ ਕਿਤੇ ਦੇਵੀ ਦੇ ਮੰਦਰ 'ਚ ਰਾਤ ਦੀਆਂ ਭੇਟਾਂ ਮੁੱਕ ਰਹੀਆਂ ਸਨ ਤੇ ਮੈਂ ਪਿੰਡ ਦੇ ਹੋਟਲ 'ਚ ਆ ਗਿਆ ਰਾਤ ਲੰਘਾਉਣ ਲਈ। ਇਹ ਉਸ ਕਸਬੇ ਦੇ ਨਾਈ ਦਾ ਘਰ ਸੀ। ਉਹ ਕੁਝ ਕਮਰੇ ਕਿਰਾਏ ਤੇ ਦਿੰਦਾ ਸੀ। ਮੈਂ ਆਪਣੇ ਕੱਪੜੇ ਬਦਲੇ, ਆਪਣੇ ਕਮਰੇ ਦੀ ਅੱਗ ਦੇ ਸਾਹਮਣੇ ਬੈਠ ਗਿਆ ਅਤੇ ਕੁਝ ਬੇਧਿਆਨੀ ਜਿਹੀ ਨਾਲ ਸ਼ਾਮ ਦੀਆਂ ਸਾਰੀਆਂ ਘਟਨਾਵਾਂ ਮਨ ਹੀ ਮਨ ਦੁਹਰਾਉਣ ਹੀ ਲੱਗਾ ਸੀ ਕਿ ਮੈਨੂੰ ਬਾਹਰੋਂ ਕਿਸੇ ਦੀ ਬਹੁਤ ਘਬਰਾਈ ਹੋਈ ਆਵਾਜ਼ ਆਈ। ਮੈਂ ਸੋਚਿਆ, ਵੇਖੋ ਹੁਣ ਅਲਫ ਲੈਲਾ ਦੀਆਂ 100 ਰਾਤਾਂ 'ਚੋਂ ਪਹਿਲੀ ਰਾਤ ਹੋਰ ਕੀ ਕੀ ਦਿਖਾਉਂਦੀ। ਮੈਂ ਦਰਵਾਜ਼ੇ ਤੇ ਗਿਆ ਤੇ ਉਹ ਬੀਬੀ ਦੇਖੀ। ਉਹ ਦੂਜੀ ਬੀਬੀ ਲਾਲਟੈਨ ਲੈ ਕੇ ਖੜੀ ਅਤੇ ਮੇਰੇ ਵੱਲ ਤਕਰੀਬਨ ਡਿੱਗਦੀ ਹੀ ਪਈ। ਜੀ ਦੱਸੋ, ਮੈਂ ਪੁੱਛਿਆ, ਹੈਰਾਨੀ ਨਾਲ ਵੀ ਅਤੇ ਡਰ ਨਾਲ ਵੀ। ਤੁਹਾਡੇ ਜਾਣ ਤੋਂ ਬਾਅਦ ਪਿਤਾ ਜੀ ਬੁਰੀ ਤਰ੍ਹਾਂ ਖੰਗੀ ਜਾ ਰਹੇ ਨੇ। ਹੁਣ ਤਾਂ ਉਹਨਾਂ ਦਾ ਹਾਲ ਬਹੁਤਾ ਮਾੜਾ ਲੱਗ ਰਿਹਾ। ਮੈਂ ਆਪਣਾ ਵੱਡਾ ਕੋਟ ਪਹਿਨਿਆ ਤੇ ਝਟਪਟ ਉਸਦੇ ਨਾਲ ਹੋ ਲਿਆ। ਸਾਡੇ ਪਿੱਛੇ ਪਿੱਛੇ ਕੁੱਤੇ ਅਜੀਬ ਘਾਬਰ ਕੇ ਕੰਬਲੇ ਹੋਏ ਭੌਂਕੀ ਜਾ ਰਹੇ ਸਨ, ਜੋ ਮੇਰੇ ਦਿਲ ਨੂੰ ਤੰਗੀ ਦੇ ਰਹੇ ਸਨ। ਜਦੋਂ ਮੈਂ ਉਸ ਘਰ
ਪਰਤਿਆ ਮੈਂ ਉਹ ਆਦਮੀ ਮੰਜੀ ਤੇ ਨਿਰਜਿੰਦ ਪਿਆ ਦੇਖਿਆ। ਉਸਦੇ ਕੋਲ ਸੀ ਇੱਕ ਝੁਕੇ ਲੱਕ ਵਾਲਾ ਬੁੱਢਾ ਨੌਕਰ। ਸ਼ਾਇਦ ਹੁਣੇ ਹੀ ਕਿਤੋਂ ਪਰਤਿਆ ਸੀ ਤੇ ਹੁਣ ਉਹ ਰੋ ਰਿਹਾ। ਮੈਂ ਮਰ ਚੁੱਕੇ ਆਦਮੀ ਨੂੰ ਪਰਖਿਆ ਤੇ ਮੈਨੂੰ ਸਮਝ ਪਈ ਕਿ ਕਿਸੇ ਚਾਣਚੱਕ ਦੀ ਘਬਰਾਹਟ ਦੇ ਕਰਕੇ ਉਸਦਾ ਦਿਲ ਫੇਲ ਹੋ ਗਿਆ ਸੀ। ਉਹ ਬੀਬੀ ਝੱਟ ਸਮਝ ਗਈ ਤੇ ਦੁੱਖ ਨਾਲ ਭੰਨੀ ਨੇੜੇ ਪਏ ਟੁੱਟੇ ਮੰਜੇ ਤੇ ਟੁੱਟੇ ਮੇਜ਼ ਤੇ ਦੂਰੀ ਹੋ ਗਈ। ਬੁੱਢੇ ਨੌਕਰ ਨੇ ਉਸਨੂੰ ਸਿੱਧੀ ਹੋਣ ਲਈ ਮਦਦ ਕੀਤੀ ਤੇ ਲਾਸ਼ ਉੱਤੇ ਇੱਕ ਨੀਲਾ ਕੱਪੜਾ ਪਾ ਦਿੱਤਾ। ਆਪਣੇ ਹੱਥ ਧੋ ਕੇ ਹਟਿਆ ਤਾਂ ਮੈਂ ਅਚਾਨਕ ਲਾਸ਼ ਦੇ ਨੇੜੇ ਕੰਧ ਤੇ ਟੰਗੀ ਇੱਕ ਵੱਡੀ ਸਾਰੀ ਪੇਂਟਿੰਗ ਦੇਖੀ। ਇਹੋ ਹੈ ਉਹ ਤੀਵੀਂ, ਮੈਂ ਚੀਖ ਪਿਆ, ਜੋ ਮੈਨੂੰ ਇੱਥੇ ਲਿਆਈ ਸੀ। ਉਹ ਬੀਬੀ ਪਤਾ ਨਹੀਂ ਕਿੱਥੋਂ ਆ ਨਿਕਲੀ ਬੇਯਕੀਨੀ ਬੇਯਕੀਨੀ ਅਤੇ ਡਰ ਨਾਲ ਮੇਰੇ ਵੱਲ ਦੇਖਦੀ ਪਈ। ਇਹ ਮੇਰੀ ਮਾਂ ਹੈ, ਪਰ ਇਹ ਤਾਂ 17 ਸਾਲ ਹੋ ਗਏ ਮਰ ਗਈ ਸੀ, ਮੇਰੇ ਜੰਮਣ ਤੋਂ 1 ਸਾਲ ਬਾਅਦ। ਇੰਨਾ ਸੁਣ ਮੇਰਾ ਹਾਲ ਕੀ ਹੋਣਾ ਸੀ ਕਹਿ ਨਹੀਂ ਸਕਦਾ, ਪਰ ਨਹੀਂ ਹੋਇਆ, ਕਿਉਂਕਿ ਉਹ ਬੁੱਢਾ ਨੌਕਰ ਮੇਰੀ ਬਾਂਹ ਫੜ ਕੇ ਮੈਨੂੰ ਬਾਹਰ ਧਰੀਕ ਲੱਗਿਆ ਤੇ ਜੋ ਉਸ ਮੈਨੂੰ ਦੱਸਿਆ ਇੱਕ ਭਰੀ ਹੋਈ ਅਤੇ ਕੰਬਦੀ ਆਵਾਜ਼ 'ਚ ਇਹ ਸੀ। ਉਸਦਾ ਪਤੀ ਬੜੇ ਚਿਰ ਤੋਂ ਫੌਜ ਵਿੱਚ ਸੀ। ਜਦੋਂ ਅਖੀਰ ਘਰ ਆਇਆ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ ਨੂੰ ਇੱਕ ਜਵਾਨ ਅਤੇ ਸੋਹਣੇ ਸਾਰੰਗੀ ਵਾਦਕ ਨਾਲ ਪਾਗਲਪਨ ਦੀ ਹੱਦ ਤੱਕ ਪਿਆਰ ਹੋ ਗਿਆ। ਕੁਝ ਚਿਰ ਬਾਅਦ ਉਸੇ ਆਦਮੀ ਨਾਲ ਭੱਜ ਗਈ ਸੀ। 1 ਸਾਲ ਦੀ ਧੀ ਪਿੱਛੇ ਛੱਡ ਗਈ। ਕੁਝ ਦਿਨ ਹੀ ਹੋਏ ਉਹਨਾਂ ਸੁਣਿਆ ਸੀ ਕਿ ਉਹ ਨੇੜੇ ਦੇ ਇੱਕ ਕਸਬੇ 'ਚ ਆਪਣੇ ਕਰਤੱਵ ਦਿਖਾ ਰਹੀ ਸੀ। ਪਿਆਰੇ ਪਾਠਕੋ, ਇਹ ਕਹਾਣੀ ਇੱਥੇ ਮੁੱਕੀ। ਜੋ ਤੁਸੀਂ ਸਮਝਣਾ ਹੈ ਸਮਝ ਲਓ, ਜੋ ਸਿੱਖਣਾ ਹੈ ਸਿੱਖ ਲਓ ਇਸ ਤੋਂ। ਮੈਨੂੰ ਤਾਂ ਹੁਣੇ ਕਿਸੇ ਦੀ ਆਖੀ ਹੋਈ ਇੱਕ ਸਤਰ ਚੇਤੇ ਆਈ ਹੈ, ਹਾਏ ਵਿਚਾਰਾ ਦਿਲ। ਇਸ ਕਹਾਣੀ ਦੇ ਲੇਖਕ ਹਿੰਦੀ ਦੇ ਲਿਖਾਰੀ ਭੁਵਨੇਸ਼ਵਰ ਨੂੰ ਬਹੁਤਾ ਕਰਕੇ ਭੁਲਾ ਦਿੱਤਾ ਗਿਆ ਹੈ। ਉਹਨਾਂ ਦੀਆਂ ਕਹਾਣੀਆਂ ਦੀ ਨਵੀਂ ਕਿਤਾਬ ਨੇ ਉਹਨਾਂ ਦੇ ਕੰਮ ਉੱਤੇ ਫਿਰ ਨਜ਼ਰ ਪਵਾਈ ਹੈ। ਕਿਤਾਬ ਦਾ ਨਾਂ ਹੈ ਵੁਲਵਸ ਐਂਡ ਅਦਰ ਸਟੋਰੀਜ਼, ਭੁਵਨੇਸ਼ਵਰ, ਟ੍ਰਾਂਸਲੇਟਡ ਬਾਏ ਸਦਾਮਿਨੀ ਦਿਓ, ਸੀਗਲ ਬੁੱਕਸ। 1912 ਦੇ ਆਸ-ਪਾਸ ਜਨਮੇ ਇਸ ਮਸ਼ਹੂਰ ਲੇਖਕ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਾਬਾਦ 'ਚ ਹੋਇਆ ਸੀ। ਹਮੇਸ਼ਾ ਰੇਲਵੇ ਸਟੇਸ਼ਨਾਂ ਤੇ ਰੇਲ ਗੱਡੀਆਂ ਵਿੱਚ ਹੀ ਰਹਿੰਦੇ ਇਸ ਬੇਤੁਕੀ ਲੇਖਨ ਵਿਧੀ ਦੇ ਮਾਲਕ ਦੀ 1 ਸਾਲ ਦੀ ਉਮਰ 'ਚ ਹੀ ਮਾਂ ਦੀ ਮੌਤ ਹੋ ਗਈ ਅਤੇ ਮਤਰੇਈ ਮਾਂ ਨੇ, ਕੁਝ ਲੋਕ ਦੱਸਦੇ ਹਨ, ਮਾੜਾ ਸਲੂਕ ਕੀਤਾ ਸੀ, ਖਾਸ ਕਰ ਪਿਤਾ ਅਤੇ ਚਾਚੇ ਦੀ ਮੌਤ ਤੋਂ ਬਾਅਦ। ਸ਼ੁਰੂ ਤੋਂ ਹੀ ਬਹੁਤ ਗਰੀਬੀ ਦੇਖੀ। ਇੱਕ ਅਧਿਆਪਕ ਨੇ ਦੱਸਿਆ ਕਿ ਇਹ ਬਾਲ ਚੁੱਪਚਾਪ ਰਹਿੰਦਾ ਸੀ, ਹਮੇਸ਼ਾ ਕੁਝ ਪੜ੍ਹਦਾ ਤੇ ਲਿਖਦਾ। ਕਾਲਜ ਨਹੀਂ ਗਏ। ਮੁਨਸ਼ੀ ਪ੍ਰੇਮਚੰਦ ਨੇ ਇਹਨਾਂ ਨੂੰ ਪਛਾਣਿਆ ਤੇ ਆਪਣੇ ਰਸਾਲੇ ਹੰਸ ਵਿੱਚ ਕਹਾਣੀਆਂ ਛਾਪੀਆਂ। ਬੇਤੁਕੇਪਨ, ਬੇਹੂਦਾਵਾਦ ਦੀ ਵਿਧੀ ਦੇ ਮਸ਼ਹੂਰ ਲੇਖਕ ਕਾਮੂ ਵਾਂਗ ਜ਼ਿੰਦਗੀ ਤੇ ਹੋਂਦ ਦਾ ਕੋਈ ਮਤਲਬ ਤੇ ਮੁੱਲਾਂ ਦੀ ਤਲਾਸ਼ ਕਰਦਿਆਂ ਵੀ ਕੁਝ ਨਾ ਲੱਭ ਸਕਣ ਵਾਲੀ ਲੇਖਣੀ। ਕਾਮੂ ਮੁਤਾਬਕ ਇਨਸਾਨ ਨੂੰ ਸਮੁੱਚੀ ਹੋਂਦ ਦਾ ਬੇਤੁਕਾਪਨ ਕਬੂਲ ਲੈਣਾ ਚਾਹੀਦਾ ਹੈ।